Good morning, students. In this lecture, we discuss chapter number 15, 12th 5-year plan. First, we discuss growth targets of 12th plan. The sectoral growth targets of 12th plan are given in table 1. ਸੈਕਟਰਸ ਕੀ ਆ ਐਗਰੀਕਲਚਰ ਫੋਰੈਸਟਰੀ ਐਂਡ ਫਿਸ਼ਿੰਗ ਉਸ ਦੇ ਉੱਪਰ ਜਿਹੜੀ ਐਵਰੇਜ ਗਰੋਥ ਰੇਟ ਸੀ ਉਸ ਟਾਈਮ ਜਿਹੜੀ ਫਿਕਸ ਕੀਤੀ ਗਈ ਸੀ 12th 5-year ਪਲਾਨ ਦੇ ਵਿੱਚ ਉਹ ਕੀ ਸੀ 4.0%। ਮਾਈਨਿੰਗ ਐਂਡ ਕਿਉਰਿੰਗ ਦੇ ਵਿੱਚ 5.7% ਸੀ। ਮੈਨੂਫੈਕਚਰਿੰਗ ਸੈਕਟਰ ਦੇ ਵਿੱਚ 7.1% ਗਰੋਥ ਰੇਟ ਫਿਕਸਡ ਕੀਤੀ ਗਈ ਸੀ। ਟਾਰਗੇਟ ਜਿਹੜਾ ਰੱਖਿਆ ਗਿਆ ਸੀ ਇਲੈਕਟ੍ਰੀਸਿਟੀ ਗੈਸ ਐਂਡ ਵਾਟਰ ਸਪਲਾਈ ਦੇ ਵਿੱਚ 7.3%। ਕੰਸਟਰਕਸ਼ਨ ਦੇ ਵਿੱਚ 9.1%। ਟ੍ਰੇਡ ਹੋਟਲਸ ਐਂਡ ਰੈਸਟੋਰੈਂਟਸ ਦੇ ਵਿੱਚ 7.4% ਸੀ। ਟਰਾਂਸਪੋਰਟ ਸਟੋਰੇਜ ਐਂਡ ਕਮਿਊਨੀਕੇਸ਼ਨ ਦੇ ਵਿੱਚ 11.8%। ਫਾਈਨਾਂਸਿੰਗ ਇੰਸ਼ੋਰੈਂਸ ਰੀਅਲ ਅਸਟੇਟ ਐਂਡ ਬਿਜ਼ਨਸ ਸਰਵਿਸਿਜ਼ ਦੇ ਵਿੱਚ 9.9% ਸੀ। ਕਮਿਊਨਿਟੀ ਸੋਸ਼ਲ ਐਂਡ ਪਰਸਨਲ ਸਰਵਿਸਿਜ਼ ਦੇ ਵਿੱਚ 7.2% ਸੀ। Growth in agriculture sector is an important component for inclusive growth। ਜਿੰਨੀ ਜ਼ਿਆਦਾ ਐਗਰੀਕਲਚਰ ਸੈਕਟਰ ਦੀ ਗਰੋਥ ਰੇਟ ਹੋਏਗੀ ਉਸ ਨਾਲ GDP ਗਰੋਥ ਰੇਟ ਵੀ ਹਾਇਰ ਹੋਏਗਾ। ਉਸ ਨਾਲ ਕੀ ਹੋਏਗਾ ਅਗਰ ਐਗਰੀਕਲਚਰ ਸੈਕਟਰ ਦੀ ਗਰੋਥ ਨਹੀਂ ਹੋਏਗੀ ਦੈਨ ਉਸ ਨਾਲ ਕੀ ਹੋਏਗਾ ਫੂਡ ਇਨਫਲੇਸ਼ਨ ਆ ਜਾਏਗਾ ਕੰਟਰੀ ਦੇ ਵਿੱਚ, ਜਿਸ ਕਾਰਨ ਜਿਹੜੀ ਗਰੋਥ ਰੇਟ ਆ ਉਸ ਨੂੰ ਲੌਂਗ ਰਨ ਦੇ ਵਿੱਚ ਸਸਟੇਨ ਨਹੀਂ ਕੀਤਾ ਜਾ ਸਕਦਾ। ਇਸ ਲਈ ਜਿਹੜੀ 11th ਪਲਾਨ ਦੇ ਵਿੱਚ ਜਿਹੜੀ GDP ਗਰੋਥ ਰੇਟ ਸੀ ਉਹ 7.9% ਸੀ। ਇਸ ਲਈ 12th ਪਲਾਨ ਦੇ ਵਿੱਚ ਜਿਹੜੀ ਗਰੋਥ ਰੇਟ ਨੂੰ ਟਾਰਗੇਟ ਕੀਤਾ ਗਿਆ, ਟਾਰਗੇਟ ਜਿਹੜੀ ਰੱਖੀ ਗਈ GDP ਦੀ ਦੈਟ ਇਜ਼ 8% ਰੱਖਿਆ ਗਿਆ। ਨੈਕਸਟ ਇਜ਼ ਫਾਈਨੈਂਸਿੰਗ ਆਫ 12th 5-year plan। Financing of 12th 5-year plan is cleared from the following table. The financing of public sector outlay reflects the 100% resource of the plan would be met through internal sources। 11th ਐਂਡ 12th ਪਲਾਨ ਦੇ ਵਿੱਚ ਜਿਹੜੇ ਐਕਸਟਰਨਲ ਰਿਸੋਰਸਿਸ ਆ ਉਹਨਾਂ ਨੂੰ ਜ਼ਿਆਦਾ ਯੂਜ਼ ਨਹੀਂ ਕੀਤਾ ਗਿਆ ਸੀਗਾ 5-year ਪਲਾਨਸ ਦੇ ਫਾਈਨੈਂਸਿੰਗ ਦੇ ਲਈ। ਇਟ ਐਕਸਪਲੇਨਸ ਇਕਨੋਮਿਕ ਸਟਰੈਂਥ ਐਂਡ ਸੈਲਫ ਰਿਲਾਇੰਸ ਆਫ ਇੰਡੀਅਨ ਇਕੋਨਮੀ। ਇਸ ਪਲਾਨ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਦੇ ਇਸ ਪਲਾਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ 8,57,786 ਕਰੋੜ ਸਟੇਟਸ ਅਤੇ ਯੂਨੀਅਨ ਟੈਰੀਟਰੀਜ਼ ਨੂੰ ਦਿੱਤੇ। ਇਸ ਪਲਾਨ ਦੇ ਵਿੱਚ ਜਿਹੜੇ ਕੋਈ ਵੀ ਡੈਫੀਸਿਟ ਫਾਈਨਾਂਸ ਨਹੀਂ ਹੋ ਪਾਇਆ। ਇਸ ਪਲਾਨ ਦਾ ਇੱਕ ਅਨਦਰ ਫੀਚਰ ਇਹ ਕਿ 12 ਪਲਾਨ ਦੇ ਫਾਈਨੈਂਸਿੰਗ ਦੇ ਲਈ ਗਵਰਨਮੈਂਟ ਦੀ ਜਿਹੜੀ ਬੋਰਿੰਗਸ ਦੇ ਉੱਪਰ ਲੈਸ ਡਿਪੈਂਡੈਂਸ ਹੋ ਗਈ ਬਿਕੋਜ਼ ਕਿਉਂਕਿ 12th ਪਲਾਨ ਦੇ ਵਿੱਚ ਜਿਹੜਾ 45.9% ਆਫ ਟੋਟਲ ਪਲਾਨ ਰਿਸੋਰਸ ਸੀ ਉਹ ਬੋਰੋਜ਼ ਦੇ ਥਰੂ ਫਾਈਨਾਂਸਡ ਕੀਤੇ ਗਏ ਸੀ, ਜਦ ਕਿ 10th ਪਲਾਨ ਦੇ ਵਿੱਚ ਜਿਹੜੀ ਇਹ ਪਰਸੈਂਟੇਜ ਸੀ ਉਹ 59.5% ਸੀ। ਨੈਕਸਟ ਇਜ਼ ਰਿਸੋਰਸ ਐਲੋਕੇਸ਼ਨ ਇਨ 12th 5-year plan। The following table gives the resource allocation, that is the expenditure proposed to be incurred under various heads by the public sector in the 12th plan। ਐਗਰੀਕਲਚਰ ਐਂਡ ਅਲਾਈਡ ਐਕਟੀਵਿਟੀਜ਼ ਦੇ ਉੱਪਰ ਜਿਹੜਾ ਟੋਟਲ ਐਕਸਪੈਂਡੀਚਰ ਕੀਤਾ ਗਿਆ ਸੀ ਦੈਟ ਇਜ਼ 4.7% ਸੀ। ਰੂਰਲ ਡਿਵੈਲਪਮੈਂਟ ਦੇ ਉੱਪਰ 6%, ਸਪੈਸ਼ਲ ਏਰੀਆ ਪ੍ਰੋਗਰਾਮ ਫॉर ਬੈਕਵਰਡ ਰੀਜਨ ਦੇ ਉੱਪਰ 1%, ਇਰੀਗੇਸ਼ਨ ਐਂਡ ਫਲੱਡ ਕੰਟਰੋਲ ਦੇ ਉੱਪਰ 5.5%, ਐਨਰਜੀ ਦੇ ਲਈ 18.8%, ਇੰਡਸਟਰੀ ਐਂਡ ਮਿਨਰਲਸ ਦੇ ਲਈ 4.9%, ਟਰਾਂਸਪੋਰਟ ਦੇ ਲਈ 15.7%, ਕਮਿਊਨੀਕੇਸ਼ਨ ਦੇ ਲਈ 1.1% ਐਕਸਪੈਂਡੀਚਰ ਕੀਤਾ ਗਿਆ, ਸਾਇੰਸ ਟੈਕਨੋਲੋਜੀ ਐਂਡ ਐਨਵਾਇਰਨਮੈਂਟ ਦੇ ਲਈ 2.2%, ਇਕਨੋਮਿਕਸ ਸਰਵਿਸਿਜ਼ ਦੇ ਲਈ 4.0%, ਸੋਸ਼ਲ ਸਰਵਿਸਿਜ਼ ਦੇ ਲਈ 34.7% ਕੀਤਾ ਗਿਆ, ਜਨਰਲ ਸਰਵਿਸਿਜ਼ ਐਂਡ ਮਿਸਲੀਨੀਅਸ ਦੇ ਲਈ 1.4%। ਆਊਟ ਆਫ ਦੀ ਟੋਟਲ ਪਲੇਨ ਆਊਟਲੇ 53.8% ਸੀ ਉਹ ਫੋਰ ਸੈਂਟਰਲ ਗਵਰਨਮੈਂਟ ਦੇ ਲਈ ਸੀ ਐਂਡ 46.17% ਫੋਰ ਸਟੇਟ ਦੇ ਯੂਨੀਅਨ ਟੈਰੀਟਰੀਜ਼ ਦੇ ਲਈ ਸੀ। ਐਂਡ 12th ਪਲਾਨ ਦੇ ਜਿਹੜੇ ਰਿਸੋਰਸਿਸ ਦਾ 34.7% ਸੀ ਉਹ ਸੋਸ਼ਲ ਸਰਵਿਸਿਜ਼ ਦੇ ਲਈ ਖਰਚ ਕੀਤਾ ਗਿਆ ਵਿਚ ਇਨਕਲੂਡਸ ਐਜੂਕੇਸ਼ਨ ਦੇ ਪਬਲਿਕ ਹੈਲਥ ਫੈਮਿਲੀ ਵੈਲਫੇਅਰ ਹਾਊਸਿੰਗ ਅਰਬਨ ਡਿਵੈਲਪਮੈਂਟ ਸੇਫ ਡਰਿੰਕਿੰਗ ਵਾਟਰ ਸੈਨੀਟਾਈਜੇਸ਼ਨ ਐਕਸੈਟਰਾ। ਇਕਨੋਮਿਕ ਇਨਫਰਾਸਟਰਕਚਰ ਦੇ ਉੱਪਰ 39.5% ਕੀਤਾ ਗਿਆ ਟੋਟਲ ਪਲਾਨ ਆਊਟਲੇ ਦਾ। ਇਕਨੋਮਿਕ ਇਨਫਰਾਸਟਰਕਚਰ ਵਿੱਚ ਇਨਕਲੂਡ ਕੀਤਾ ਜਾਂਦਾ ਐਨਰਜੀ ਨੂੰ, ਟਰਾਂਸਪੋਰਟ ਨੂੰ, ਕਮਿਊਨੀਕੇਸ਼ਨਸ, ਇਕਨੋਮਿਕ ਸਰਵਿਸਿਜ਼।
That means कि 74.2% total outlay of the plan was allocated to the development of economic infrastructure and social services. 74.2% ਦਾ ਜਿਹੜਾ यूज़ ਕੀਤਾ ਜਾਂਦਾ ਸੀ ਉਹ ਇਕਨੋਮਿਕ ਇਨਫਰਾਸਟਰਕਚਰ ਅਤੇ ਸੋਸ਼ਲ ਸਰਵਿਸਿਜ਼ ਦੇ ਡਿਵੈਲਪਮੈਂਟ ਲਈ यूज़ ਕੀਤਾ ਜਾਂਦਾ ਸੀ ਜਾਂ ਉਹਨਾਂ ਵਿੱਚ ਖਰਚ ਕੀਤਾ ਜਾਂਦਾ ਸੀ। इस प्लान का मेन मोटिव की सी कि अचीव करना फास्टर सस्टेनेबल एंड मोर इनक्लूसिव ग्रोथ। नैक्सट इज़ स्ट्रैटेजी ऑफ 12th 5 year प्लान। जी 12th प्लान की स्ट्रैटेजी सी उसका जो मेन एम्फेसिस किस उपर सी फास्टर सस्टेनेबल तो मोर इनक्लूसिव ग्रोथ नू अचीव करना। इसका मेन एम की सी कि फास्टर ग्रोथ नू अचीव करना जो कि लॉन्ग रन दे विच भी मेनटेन रहे, कि लॉन्ग रन दे विच भी ग्रोथ चलती रहे एंड उस तो इलावा कि ज़्यादा तो ज़्यादा लोगों नू इनकलूड करना ग्रोथ प्रोसैस दे विच। The main elements of strategy of 12th plan were as follows. First is faster growth. Faster growth has to be an essential part of this strategy since it is only in a fast growing economy that we can expect to raise the income of the masses and ensure a general improvement in living condition। जी फास्टर ग्रोथ सी स्ट्रैटेजी का एक मेन असैंशियल पार्ट सी कि जी ग्रोथ रेट है इकोनॉमी नू की फास्ट करना, तेज़ करना, जिस नाल कि जी ज़्यादातर लोगों की इनकम इंप्रूव होएगी। इनकम तो इंप्रूव होने दे नाल उन्हां दा की होएगा लिविंग कंडीशनस या स्टैंडर्ड ऑफ लिविंग भी इंप्रूव होएगा। सेकंड पॉइंट इज़ इनक्लूसिव एंड सस्टेनेबल ग्रोथ। The benefits of growth should reach all sections of population। inclusive and sustainable growth किया कि जी ग्रोथ रेट अचीव करनी और लॉन्ग पीरियड तक चलती रहे एंड इनक्लूसिव ये है कि जो ग्रोथ हो जो इकोनॉमी की ग्रोथ होगी उस नाल जिहड़ा उस ग्रोथ का बेनीफिट्स आ उस सोसाइटी या पॉपूलेशन के हर एक सैक्शन तक पहुँच सके। इस सब के लिए गवर्नमेंट ने उस तरह दी पॉलिसीज़ को अडॉप्ट किया जिहड़े कि ये इंश्योर्स करदियां कि जी ग्रोथ आ वो ब्रॉड बेस्ड आ जिसका बेनीफिट्स की आ कंट्री के हर एक पार्ट्स तक हर एक पार्ट्स में रहने वाले लोगों तक पहुँच सके स्पैशली इन दी रूरल एरियाज के जोड़े लोग रहते हैं। थर्ड पॉइंट इज़ फोकस ऑन एग्रीकल्चर। The plan laid special focus on faster growth in agriculture sector। 12th 5 year plan ਦੇ ਵਿੱਚ एग्रीकल्चर सैक्टर ਦੇ फास्ट ग्रोथ के उपर भी ज़्यादा फोकस किया गया। इस दे लई एक राष्ट्रीय कृषि विकास योजना स्टार्ट की गई 11th प्लान ਦੇ ਵਿੱਚ उसनों फर्दर ज़्यादा उसके उपर जोर दिता गया तां जो सैकेंड ग्रीन रेवोल्यूशन लिया जा सके नैशन दे विच। एंड इस तो इलावा एग्रीकल्चर दे विच रिसर्च नूं प्रमोट करन दे लई ते एग्रीकल्चर प्रोडक्टिविटी नूं बूस्ट करन दे लई बहुत सारे स्पैशल एफर्ट्स किए गए। नैक्सट इज़ फोकस ऑन मैन्युफैक्चरिंग सैक्टर। इस प्लान दे विच 12th प्लान दे विच जिहड़ा मैन्युफैक्चरिंग सैक्टर नूं स्ट्रैंथ करन दे लई उहदी स्ट्रैंथ नूं वधाउण दे लई उस दे उपर भी ज़्यादा फोकस किया गया। फास्ट ग्रोथ इन दिस सैक्टर वुड हैल्प टू अचीव फास्टर सस्टेनेबल एंड इनक्लूसिव ग्रोथ इन दी इकोनॉमी। अगर इस इकोनॉमी की ग्रोथ फास्ट होएगी उस नाल कि कंट्री फास्ट सस्टेनेबल तो इनक्लूसिव ग्रोथ नूं अचीव कर सकती सी। In this plan, national investment and manufacturing zones were promoted under National Manufacturing Policy 2011। Fifth point is boosting exports। करंट अकाउंट के विच जिहड़ा डेफिसिट सी उसनूं ओवरकम करन दे लई घट करन दे लई एक्सपोर्ट प्रमोटेड पॉलिसीज़ नूं अडॉप्ट किया गया बाय सैटिंग अप मोर स्पैशल इकनॉमिक जोनस एग्री एक्सपोर्ट जोनस एंड NIMS। Next is encouraging private sector participation। 12th 5 year प्लान के जोड़े प्राइवेट सैक्टर के पार्टिसिपेशन भी इनकरेज किया गया एंड इस तो इलावा पब्लिक प्राइवेट पार्टनरशिप प्रोजैक्ट्स भी इनकरेज किया गया तां जो इकनॉमिक ग्रोथ नूं जल्दी तो जल्दी अचीव किया जा सके। नैक्सट इज़ स्किल डेवलपमेंट। The plan laid special focus on skill development of youth for reaping benefits of demographic dividend।
दैट मीनस कि 12th प्लान दे विच यूथ दे स्किल डेवलपमेंट दे लई भी स्पैशल बैनीफिट्स कीते गए तां जो उन्हां दे विच एम्पलॉयमेंट स्किल्स नूं इनक्रीज़ कीता जा सके। स्पैशल एफर्ट्स कीते गए टैक्नीकल प्रोफैशनल ते हायर एजुकेशन नूं प्रमोट करन दे लई। नैक्सट इज़ स्ट्रैंथिंग इंफ्रास्ट्रक्चर। 12th 5 ईयर प्लान ਦੇ ਵਿੱਚ ਜਿਹੜੇ ਇੰਫਰਾਸਟ੍ਰਕਚਰ ਦੇ ਡਿਵੈਲਪਮੈਂਟ ਦੇ ਲਈ ਉਸ ਦੇ ਉੱਪਰ ਵੀ ਬਹੁਤ ਜ਼ਿਆਦਾ ਐਮਫਸਿਸ ਜ਼ੋਰ ਦਿੱਤਾ ਗਿਆ। ਦ ਪਲਾਨ ਫੋਕਸਡ ਔਨ ਰੋਡ ਡਿਵੈਲਪਮੈਂਟ, ਪਾਵਰ ਜਨਰੇਸ਼ਨ, ਡਿਵੈਲਪਮੈਂਟ ਆਫ ਏਅਰਪੋਰਟ, ਸੀ ਪੋਰਟਸ, ਇਰੀਗੇਸ਼ਨ ਫੈਸਿਲਿਟੀਜ਼। 12th ਪਲਾਨ ਦੇ ਵਿੱਚ ਜਿਹੜਾ ਫੋਕਸਡ ਕੀਤਾ ਗਿਆ ਮੇਨ ਕੀ ਸੀ ਕਿ ਰੋਡਸ ਦੇ ਡਿਵੈਲਪਮੈਂਟ ਦੇ ਉੱਪਰ, ਪਾਵਰ ਜਨਰੇਸ਼ਨ ਦੇ, ਇਲੈਕਟ੍ਰੀਸਿਟੀ ਜਨਰੇਸ਼ਨ ਦੇ ਉੱਪਰ, ਏਅਰਪੋਰਟਸ ਦੇ ਡਿਵੈਲਪਮੈਂਟ ਦੇ ਲਈ, ਸੀ ਪੋਰਟਸ ਦੇ ਡਿਵੈਲਪਮੈਂਟ ਦੇ ਲਈ ਐਂਡ ਜਿਹੜੀ ਇਰੀਗੇਸ਼ਨ ਫੈਸਿਲਿਟੀਜ਼ ਦੇ ਉੱਪਰ ਤਾਂ ਜੋ ਐਗਰੀਕਲਚਰ ਸੈਕਟਰ ਵੀ ਦੀ ਗਰੋਥ ਨੂੰ ਵੀ ਤੇਜ਼ ਕੀਤਾ ਜਾ ਸਕੇ। ਨੈਕਸਟ ਇਜ਼ ਅਦਰ ਐਲੀਮੈਂਟਸ। ਅਦਰ ਐਲੀਮੈਂਟਸ ਦੇ ਵਿੱਚ ਜਿਹੜਾ ਫਸਟ ਪੁਆਇੰਟ ਆ ਕਿ ਜਿਹੜੇ ਟੈਕਨੋਲੋਜੀਕਲ ਅਪਗ੍ਰੇਸ਼ਨ ਨੂੰ ਡਿਵੈਲਪਮੈਂਟ ਕਰਨ ਦੇ ਲਈ ਰਿਸਰਚ ਅਤੇ ਡਿਵੈਲਪਮੈਂਟ ਫੈਸਿਲਿਟੀਜ਼ ਨੂੰ ਬੂਸਟ ਕਰਨਾ। ਸੈਕਿੰਡ ਇਜ਼ ਕਿ ਐਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਫੋਰੈਸਟ ਨੂੰ ਇਨਕਰੀਜ਼ ਕਰਨਾ ਅਤੇ ਟਰੀ ਕਵਰ ਜਿਹੜਾ ਏਰੀਆ ਸੀ ਉਸ ਨੂੰ ਇਨਕਰੀਜ਼ ਕਰਨਾ। ਐਂਡ ਇਸ ਤੋਂ ਇਲਾਵਾ ਕਿ ਐਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੀ ਹਾਰਮਫੁਲ ਗੈਸਸ ਸੀ ਅਤੇ ਉਹਨਾਂ ਨੂੰ ਰਿਡਿਊਸ ਕਰਨਾ, ਉਹਨਾਂ ਦੇ ਐਮਿਸ਼ਨ ਨੂੰ ਉਹਨਾਂ ਨੂੰ ਘਟਾਉਣਾ। ਨੈਕਸਟ ਇਜ਼ ਟੂ ਫੋਕਸ ਔਨ ਡਿਵੈਲਪਮੈਂਟ ਆਫ ਬੈਕਵਰਡ ਸਟੇਟਸ ਫੋਰ ਬੈਲੈਂਸਡ ਰੀਜਨਲ ਡਿਵੈਲਪਮੈਂਟ। ਕਿ ਸਪੈਸ਼ਲ ਐਫਰਟਸ ਕਰਨੇ ਜਿਹੜੀ ਆ ਬੈਕਵਰਡ ਸਟੇਟ ਸੀ ਅਤੇ ਜਿਹੜੇ ਰੀਜਨਲ ਇਨਬੈਲੈਂਸ ਸੀਗਾ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਕਿ ਜਿਹੜੀਆਂ ਬੈਕਵਰਡ ਸਟੇਟ ਸੀ ਉਹਨਾਂ ਦੇ ਡਿਵੈਲਪਮੈਂਟ ਕਰਨੀ ਤਾਂ ਜੋ ਜਿਹੜੀ ਰੀਜਨਲ ਇੰਬੈਲੈਂਸ ਸੀ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕੇ। ਕਿਉਂਕਿ ਜਦੋਂ ਬੈਕਵਰਡ ਸਟੇਟਸ ਡਿਵੈਲਪਮੈਂਟ ਹੋਏਗੀ ਦੈਨ ਤਾਂ ਹੀ ਜਿਹੜਾ ਰੀਜਨਲ ਡਿਵੈਲਪਮੈਂਟ ਹੋਏਗੀ ਉਹ ਕੀ ਬੈਲੈਂਸ ਡਿਵੈਲਪਮੈਂਟ ਹੋਏਗੀ ਹੋਲ ਇਕੋਨਮੀ ਦੀ, ਫੁੱਲ ਇਕੋਨਮੀ ਦੀ।